ਵੈਲ ਹੁਣ ਤੱਕ ਤੁਸੀਂ ਇਹ ਖਬਰ ਸੁਣ ਲਈ ਹੋਏਗੀ ਕਿ ਆਇਲਸ ਦੇ ਨਾਲ-ਨਾਲ 4 ਹੋਰ ਟੈਸਟ IRCC ਨੇ ਅਪਰੂਵ ਕਰ ਦਿੱਤੇ ਨੇ ਫॉर ਕੈਨੇਡੀਅਨ ਸਟੱਡੀ ਵੀਜ਼ਾ। ਬੱਚਿਆਂ ਦੇ ਵਿੱਚ ਬਹੁਤ ਰੂਮਰਸ ਨੇ ਇਹਨੂੰ ਲੈ ਕੇ ਵੀ ਕੀ ਬਣੂਗਾ ਜਾਂ ਕਿੱਦਾਂ ਹੋਊਗਾ, ਐਂਡ ਕਈ ਇੱਥੋਂ ਤੱਕ ਕਹਿ ਰਹੇ ਨੇ ਕਿ ਹੁਣ ਸ਼ਾਇਦ ਆਇਲਸ ਵਿੱਚ 5.5 ਬੈਂਡ ਤੇ ਵੀ ਫਾਈਲ ਲੱਗ ਜਾਏਗੀ ਐਂਡ ਵੀਜ਼ਾ ਆ ਜਾਏਗਾ। ਸੋ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਗੱਲਾਂ ਨੇ ਉਹਨੂੰ ਮੈਂ ਇੱਕ ਵਾਰੀ ਕਲੀਅਰ ਕਰਨਾ ਚਾਹੂੰਗਾ, ਬਿਕੋਜ਼ ਬਹੁਤ ਮੈਨੂੰ ਕਾਲਸ ਆ ਰਹੀਆਂ ਨੇ ਰਿਗਾਰਡਿੰਗ ਇਟ ਕਿ ਸਰ ਹੁਣ ਕੀ ਬਣੇਗਾ, 5.5 ਦੀ ਫਾਈਲ ਲਾ ਦਈਏ, PTE ਕਰ ਲਈਏ, ਟੋਫਲ ਕਰ ਲਈਏ, ਵਟ ਸ਼ੁੱਡ ਬੀ ਡਨ ਐਂਡ ਇਹ ਕਿਸ ਪਾਸੇ ਨੂੰ ਸਾਰਾ ਰੁਝਾਨ ਜਾਏਗਾ। ਅੱਜ ਦੀ ਵੀਡੀਓ ਆਪਾਂ ਇਸ ਬਾਰੇ ਗੱਲਬਾਤ ਕਰਨੀ ਸ਼ੁਰੂ ਕਰਨ ਜਾ ਰਹੇ ਹਾਂ। ਅੱਛਾ, ਇੱਕ ਚੀਜ਼ ਜੋ ਬਹੁਤ ਇੰਪੋਰਟੈਂਟ ਹੈ, ਪਹਿਲਾਂ ਤਾਂ ਇਹ ਚੀਜ਼ ਧਿਆਨ ਨਾਲ ਸਮਝੋ ਕਿ ਹੁਣ ਤੱਕ ਤੁਸੀਂ ਇਹ ਦੇਖ ਰਹੇ ਸੀਗੇ ਕਿ ਸਿਰਫ ਆਇਲਸ ਜਿਹੜੇ ਬੱਚੇ ਕਰਦੇ ਨੇ, ਜਿਹੜੇ ਬੱਚਿਆਂ ਦੇ ਸਾਰੇ ਜੋ 6 ਬੈਂਡ ਸਕੋਰ ਤੋਂ ਉੱਤੇ ਨੇ, ਚਾਹੇ ਉਹ ਰਾਈਟਿੰਗ ਵਿੱਚ ਹੋਵੇ, ਚਾਹੇ ਰੀਡਿੰਗ 'ਚ ਹੋਵੇ, ਚਾਹੇ ਲਿਸਨਿੰਗ ਵਿੱਚ ਹੋਵੇ, ਚਾਹੇ ਸਪੀਕਿੰਗ ਵਿੱਚ ਹੋਵੇ, ਉਹਨਾਂ ਦੀ ਫਾਈਲ ਕੈਨੇਡਾ ਸਟੱਡੀ ਵੀਜ਼ਾ ਵਿੱਚ ਬੜੇ ਆਰਾਮ ਦੇ ਨਾਲ ਵੀਜ਼ਾ ਆਉਂਦਾ ਸੀ। ਐਂਡ ਅਗਰ ਕੋਈ ਬੱਚਾ 90 ਨੰਬਰ PTE ਵਿੱਚ ਲੈ ਲੈਂਦਾ ਸੀਗਾ, ਫਿਰ ਵੀ ਉਹਦਾ ਵੀਜ਼ਾ ਰਿਜੈਕਸ਼ਨ ਜਿਹੜੇ ਚਾਂਸਸ ਉਹ ਬਹੁਤ ਜ਼ਿਆਦਾ ਸੀਗੇ ਐਂਡ ਆਲਮੋਸਟ ਰਿਜੈਕਟ ਹੀ ਹੁੰਦਾ ਸੀਗਾ, ਚਾਹੇ ਉਹਨੇ PTE ਜਾਂ ਹੋਰ ਕੋਈ ਟੋਫਲ ਵਗੈਰਾ ਕੀਤਾ ਹੋਵੇ। ਸੋ ਇੱਕ ਚੀਜ਼ ਤੇ ਬਹੁਤ ਵਧੀਆ ਹੋਈ ਹੈ ਕਿ ਜਿਹੜੇ ਬੱਚੇ ਦੇ ਆਰ ਨਾਟ ਕੰਫਰਟੇਬਲ ਵਿਦ ਆਇਲਸ, ਜਿਨ੍ਹਾਂ ਨੂੰ ਆਇਲਸ ਵਿੱਚ ਕੋਈ ਡਰ ਹੈ ਜਾਂ ਉਹ ਨਹੀਂ ਦੇ ਪਾ ਰਹੇ, ਉਹਨਾਂ ਨੂੰ ਫਾਰਮੈਟ ਨਹੀਂ ਸਮਝ ਲੱਗ ਰਿਹਾ ਐਂਡ ਉਹਨਾਂ ਦਾ ਕਲੀਅਰ ਨਹੀਂ ਹੋ ਰਿਹਾ, ਬਾਰ-ਬਾਰ ਦੇ ਰਹੇ ਨੇ, ਸੋ ਦੇ ਕੈਨ ਜਸਟ ਆਲਸੋ ਟਰਾਈ ਐਂਡ ਉਹ PTE ਦਾ ਪੇਪਰ ਦੇ ਕੇ ਆਪਣੀ ਕੈਨੇਡਾ ਜਾਣ ਦਾ ਡ੍ਰੀਮ ਸਾਕਾਰ ਕਰ ਸਕਦੇ ਨੇ। ਪਹਿਲੀ ਗੱਲ ਤਾਂ ਇੱਕ, ਬਟ ਇਹ ਬੇਟਾ ਹੁਣ ਨਹੀਂ ਹੋਣਾ। ਇਹ ਉਹ ਸਾਰੀਆਂ ਫਾਈਲਾਂ ਨੇ ਜਿਹੜੀਆਂ ਅਗਸਤ 27 ਤੋਂ ਬਾਅਦ ਲੱਗਣਗੀਆਂ। ਸੋ ਕਹਿਣ ਦਾ ਮੋਟਿਵ ਕੀ ਹੈ, ਹੁਣ ਧਿਆਨ ਨਾਲ ਗੱਲ ਸਮਝੋ ਕਿ ਤੁਸੀਂ ਹੱਲੇ ਜੋ ਕਰ ਰਹੇ ਹੋ, ਵਟਐਵਰ ਯੂ ਆਰ ਡੂਇੰਗ, ਚਾਹੇ ਆਇਲਸ ਕਰ ਰਹੇ ਹੋ, ਚਾਹੇ PTE ਕਰ ਰਹੇ ਹੋ, ਅਗਰ ਤੁਸੀਂ ਫਾਈਲ ਹਫਤੇ ਬਾਅਦ ਆਪਣੀ ਲੌਂਚ ਕਰ ਰਹੇ ਹੋ ਕੈਨੇਡਾ ਸਟੱਡੀ ਵੀਜ਼ਾ ਲਈ, ਉਹ ਹੱਲੇ ਸਿਰਫ ਆਇਲਸ ਦੇ ਨਾਲ ਹੀ ਲੌਂਚ ਹੋਣਗੀਆਂ। ਬਟ ਅਗਸਤ 27 ਤੋਂ ਬਾਅਦ ਜਿਹੜਾ ਹੈਗਾ, ਇਹ ਜਿਹੜੇ 4 ਟੈਸਟ ਨਵੇਂ ਆਏ ਨੇ, ਉਹਨਾਂ ਦੇ ਜਿਹੜੇ ਰਿਜ਼ਲਟਸ ਨੇ, ਉਹਨਾਂ ਦੇ ਨਾਲ ਵੀ ਤੁਸੀਂ ਵੀਜ਼ਾ ਆਪਣਾ ਫਾਈਲ ਕਰ ਸਕਦੇ ਹੋ। ਐਂਡ ਸੈਕੰਡ ਚੀਜ਼, ਹੁਣ ਬਹੁਤ ਇੰਪੋਰਟੈਂਟ ਇੱਕ ਚੀਜ਼ ਹੋਰ ਹੈ। ਇੱਕ ਸਵਾਲ ਹੋਰ ਆਇਆ ਸੀ ਮੇਰੇ ਸਾਹਮਣੇ ਬੱਚਿਆਂ ਵੱਲੋਂ ਕਿ ਸਰ ਪੇਪਰ ਜਿਹੜਾ ਆ ਉਹ 27 ਅਗਸਤ ਤੋਂ ਬਾਅਦ ਦੇਣਾ ਆ ਕਿ ਹੁਣ ਵਾਲਾ ਰਿਜ਼ਲਟ ਵੀ ਲੈਟਸ ਅਗਰ ਕਿਸੇ ਦਾ PTE ਦਾ ਹੈਗਾ ਤੇ ਉਹ ਫਾਈਲ ਆਪਣੀ ਲੌਂਚ ਕਰ ਸਕਦਾ। ਬੇਟਾ ਐਬਸੋਲੂਟਲੀ, ਅਗਰ ਤੁਹਾਡਾ 10 ਅਗਸਤ ਜਾਂ 27 ਅਗਸਤ ਤੋਂ ਪਹਿਲਾਂ ਦਾ ਤੁਸੀਂ PTE ਕੀਤੀ ਹੈ, ਆਪਣੀ ਆਇਲਸ ਕੀਤੀ ਹੈ ਜਾਂ ਟੋਫਲ ਕੀਤਾ ਆ, ਉਹਦਾ ਜਿਹੜਾ ਰਿਜ਼ਲਟ ਹੈਗਾ ਦੈਟ ਇਜ਼ ਆਲਸੋ ਐਲੀਜੀਬਲ ਅਗਰ ਤੁਹਾਡੀ ਫਾਈਲ 27 ਅਗਸਤ ਤੋਂ ਬਾਅਦ ਲੱਗਦੀ ਹੈ। ਸੋ ਇਹ ਗੱਲ ਯਾਦ ਰੱਖਿਓ, PTE ਚਾਹੇ ਤੁਸੀਂ ਹੁਣ ਕੀਤੀ ਹੋਵੇ, ਚਾਹੇ 2 ਮਹੀਨੇ ਪਹਿਲਾਂ ਕੀਤੀ ਹੋਵੇ, ਚਾਹੇ ਤੁਸੀਂ ਮਹੀਨਾ ਬਾਅਦ ਕਰੋ, ਅਗਰ ਉਹਦੀ ਫਾਈਲ ਜਿਹੜੀ ਹੈਗੀ ਹੈ 27 ਅਗਸਤ ਤੋਂ ਬਾਅਦ ਲੱਗਦੀ ਹੈ, ਤੁਹਾਡਾ ਵੀਜ਼ਾ ਆਏਗਾ ਐਸ ਪਰ ਦਾ IRCC's ਆਫੀਸ਼ੀਅਲ ਸਟੇਟਮੈਂਟ। ਓਕੇ, ਹੁਣ ਅਗਲੀ ਚੀਜ਼ ਜੋ ਇੱਕ ਹੋਰ ਬਹੁਤ ਵੱਡਾ ਬੱਚਿਆਂ ਦੇ ਮਨ ਦੇ ਵਿੱਚ ਵਹਿਮ ਹੈ, ਰੂਮਰਸ ਫੈਲ ਰਹੀਆਂ ਨੇ ਐਂਡ ਇੰਸਟਾ ਤੇ ਬਹੁਤ ਇਸ ਬੜੇ ਰੌਲਾ ਵੀ ਪਿਆ ਹੋਇਆ, ਦੈਟ ਇਜ਼ ਕਿ ਹੁਣ 5.5 ਤੇ ਆਇਲਸ ਤੇ ਵੀ ਅਗਰ ਤੁਸੀਂ ਫਾਈਲ ਲਾਓਗੇ ਤੇ ਵੀਜ਼ਾ ਆ ਜਾਏਗਾ। ਕਹਿਣ ਦਾ ਮੋਟਿਵ ਕਿ ਅਗਰ ਸਾਰੇ ਜੋ ਓਵਰਆਲ 6 ਹੈਗੇ ਨੇ ਐਂਡ ਕਿਸੇ ਜੋ 5.5 ਨੇ, ਚਾਹੇ ਰੀਡਿੰਗ ਹੋਵੇ ਚਾਹੇ ਰਾਈਟਿੰਗ ਹੋਵੇ, ਤੁਹਾਡਾ ਤਾਂ ਵੀ ਆਇਲਸ ਜਿਹੜਾ ਕੈਨੇਡਾ ਵੀਜ਼ਾ ਆ ਉਹ ਬੜੇ ਆਰਾਮ ਨਾਲ ਆਏਗਾ। ਬੇਟਾ ਇਹਦੀ ਹਲੇ ਆਫੀਸ਼ੀਅਲ ਕਿਸੇ ਪਾਸਿਓਂ ਮੇਲ IRCC ਨੇ ਨਹੀਂ ਕੀਤੀ। ਉਹਨਾਂ ਨੇ ਇਹ ਕਿਹਾ ਆ, ਦੇਖੋ ਧਿਆਨ ਨਾਲ ਸਮਝੋ, ਉਹਨਾਂ ਨੇ ਐਲੀਜੀਬਿਲਿਟੀ ਕਿਹਾ ਕਿ ਮਿਨੀਮਮ ਸਕੋਰ ਜੋ ਚਾਹੀਦੇ ਨੇ ਤੁਹਾਨੂੰ SGS ਪ੍ਰੋਫਾਈਲ ਹੈ, ਦੈਟ ਇਜ਼ 6.0 ਫॉर ਆਇਲਸ, PTE ਲਈ 60, ਟੋਫਲ ਲਈ 83 ਐਂਡ ਸੇਲ ਲਈ 60। ਕਿਤੇ ਵੀ ਇਹ ਮੈਂਸ਼ਨ ਨਹੀਂ ਹੈਗਾ ਕਿ 5.5 ਤੇ ਤੁਸੀਂ ਫਾਈਲ ਲਾਓਗੇ ਤੇ ਤੁਹਾਡਾ ਵੀਜ਼ਾ ਆਏਗਾ। ਸੋ ਜਸਟ ਇੱਕ ਥੋੜਾ ਧਿਆਨ ਰੱਖਿਓ, ਡੂ ਨਾਟ ਜਸਟ ਕਿਸੇ ਨਾ ਕਿਸੇ ਪਿੱਛੇ ਲੱਗ ਕੇ, ਕਿਸੇ ਦੀ ਸੁਣ ਕੇ ਏਜੰਟ ਦੀ ਆਪਣੀ ਫਾਈਲ ਖਰਾਬ ਨਾ ਕਰਾ ਲਿਓ। ਜਸਟ ਵੇਟ ਕਰੋ ਆਪਣਾ 27 ਅਗਸਤ ਐਂਡ ਅਗਰ ਉਦੋਂ ਤੱਕ ਕੋਈ ਮੇਲ ਆ ਜਾਂਦੀ ਹੈ ਕਿ 5.5 ਤੇ ਫਾਈਲ ਲਾਓ ਤੇ ਤੁਹਾਡੇ ਨਾਮ ਨਾਲ SGS ਵਿੱਚ ਅਸੀਂ ਕੰਸੀਡਰ ਕਰਾਂਗੇ, ਬੇਟਾ ਕਰ ਲਿਓ। ਪਰ ਜਦੋਂ ਤੱਕ ਨਹੀਂ ਆਉਂਦਾ, ਕੋਈ ਰੂਮਰਸ ਤੇ ਵਿਸ਼ਵਾਸ ਨਾ ਕਰਿਓ। ਤੁਹਾਨੂੰ ਬੜਾ ਸੌਖਾ ਤਰੀਕਾ ਦੱਸ ਰਿਹਾ, IRCC ਦੀ ਵੈਬਸਾਈਟ ਹੈ cic.com .in ਕਰਕੇ, ਇਦਾਂ ਮੈਂ ਉਹਦਾ ਲਿੰਕ ਪਾ ਦੂੰਗਾ ਜਿੱਥੇ ਸਾਰਾ ਦਾ ਸਾਰਾ ਅਪਡੇਟ ਆਉਂਦਾ ਆ। ਉਹ ਵੈਬਸਾਈਟ ਤੇ ਰੈਗੂਲਰ ਅਪਡੇਟਸ ਚੈੱਕ ਕਰਦੇ ਰਹੋ, ਇਟ ਵਿਲ ਬੀ ਵੈਰੀ ਈਜ਼ੀ ਫॉर ਯੂ, ਬਟ ਕਿਸੇ ਦੀਆਂ ਗੱਲਾਂ ਚ ਆ ਕੇ ਆਪਣੀ ਫਾਈਲ ਖਰਾਬ ਨਾ ਕਰਿਓ। ਅੱਛਾ, ਹੁਣ ਅਗਲੀ ਗੱਲ ਜਿਹੜੀ ਇੱਕ ਚੀਜ਼ ਹੋਰ ਹੈ, ਬੱਚਿਆਂ ਦੇ ਵਿੱਚ ਨਾ ਇੱਕ ਕਨਫਿਊਜ਼ਨ ਹੈ ਐਟ ਦਿਸ ਸਟੇਜ ਕਿ ਅਸੀਂ ਹੁਣ, ਕਿਉਂਕਿ ਆਲਮੋਸਟ ਬੱਚੇ ਆਇਲਸ ਹੀ ਕਰ ਰਹੇ ਨੇ, ਇਸ ਤੋਂ ਪਹਿਲਾਂ ਨਹੀਂ PTE ਵੱਲ ਇੰਨੇ ਜ਼ਿਆਦਾ ਫੋਕਸਡ ਸੀਗੇ ਬੱਚੇ ਜਾਂ ਟੋਫਲ ਵਾਲੀ ਸਾਈਡ, ਬਟ ਕਹਿਣ ਦਾ ਮਤਲਬ ਕੀ ਹੈ ਕਿ ਬੱਚੇ ਜਿਹੜੇ ਆ ਐਟ ਦਿਸ ਸਟੇਜ ਦੇ ਆਰ ਡੂਇੰਗ देयर ਆਇਲਸ ਇਨ ਦ ਆਇਲ ਸੈਂਟਰਸ। ਓਕੇ, ਹੁਣ ਕੀ ਕਰਦੇ ਰਹਿਣ ਜਾਂ ਚੇਂਜ ਫਟਾਫਟ ਉਸ ਵੇਲੇ ਹੁਣੀ ਮਤਲਬ PTE ਵਾਲੇ ਪਾਸੇ ਹੋ ਜਾਣ?
ਇੱਕ ਤਾਂ ਮੇਰੀ ਸੁਜੈਸ਼ਨ ਇਹ ਹੈ ਬੱਚਾ ਕਿ ਹੱਲੇ ਸਿਰਫ 4 ਦਿਨ ਹੋਏ ਨੇ ਇਸ ਚੀਜ਼ ਨੂੰ ਆਏ, ਇਸ ਮੇਲ ਨੂੰ ਆਏ 4 ਦਿਨ ਹੋਏ ਨੇ, ਹੱਲੇ ਇਹਦੀ ਪ੍ਰੋਪਰ ਡਿਟੇਲ ਵੀ ਨਹੀਂ ਆਈ, ਠੀਕ ਹੈ। ਸੋ ਯੂ ਕਾਂਟ ਸੇ ਕਿ ਹਲੇ ਮਤਲਬ ਕਿੰਨੀ ਛੇਤੀ ਸਿਸਟਮ ਕੀ ਚੇਂਜ ਹੋਏਗਾ, ਮੈਂ ਇਹਦੇ ਬਾਰੇ ਹਲੇ ਕੁਝ ਨਹੀਂ ਕਹਿ ਸਕਦਾ। ਮੇਰੀ ਇਹੀ ਸੁਜੈਸ਼ਨ ਹੈ ਇਸ ਵਿੱਚ ਕਿ ਤੁਸੀਂ ਜੋ ਕਰਦੇ ਪਏ ਹੋ ਆਪਣਾ ਕਰੋ, ਐਟਲੀਸਟ ਆਹ ਇੱਕ ਮੰਥ ਆਪਣੀ ਪ੍ਰੈਪਰੇਸ਼ਨ ਕਰੋ, ਐਂਡ ਪ੍ਰੈਪਰੇਸ਼ਨ ਆਇਲਸ ਨਾਲੋਂ ਥੋੜੀ ਜਿਹੀ ਘੱਟ ਕੇ ਆਪਣੀ ਇੰਗਲਿਸ਼ ਲੈਂਗੁਏਜ ਦੀ ਜ਼ਿਆਦਾ ਕਰੋ। ਮਤਲਬ ਦੈਟ ਮੀਨਸ ਕਿ ਅਗਰ ਤੁਸੀਂ ਆਇਲਸ ਦੀ ਕਲਾਸਿਸ ਵਿੱਚ ਵੀ ਜਾ ਰਹੇ ਹੋ ਨਾ, ਜਸਟ ਉਹਦੇ ਵਿੱਚ ਫੋਕਸ ਕਰੋ ਆਪਣੀ ਤੁਸੀਂ ਲੈਂਗੁਏਜ ਨੂੰ, ਵੋਕੈਬ ਨੂੰ, ਹਾਊ ਟੂ ਮੇਕ ਸੈਂਟੈਂਸਸ ਐਂਡ ਐਸੇ ਲਿਖਣਾ, ਬਿਕੋਜ਼ ਪੀਟੀ ਦੇ ਵਿੱਚ ਵੀ ਐਸੇ ਹੈਗਾ ਆ, ਬਾਕੀ ਸਾਰਾ ਕੁਝ ਸੇਮ ਉਹਦੇ ਵਿੱਚ ਵੀ ਉਦਾਂ ਹੀ ਆ, ਸਿਰਫ ਜੇ ਕੀ ਚੱਕਰ ਕੀ ਹੈ, ਸਿਰਫ ਉਹਦੇ ਥੋੜੇ ਫਾਰਮੈਟ ਦਾ ਫਰਕ ਹੈ। So my suggestion is कि if you are taking some kind of coaching, किते कोई कल अपनी कर रहे हो, किते पढ़ रहे हो, just करते रहो, ठीक है। Do not just immediately switch towards other test। हाले जब तक इधर repercussions नहीं बाहर आउंदे या इधर के consequences समझ नहीं आउंदे, महीने तक पता लग जाएगा, ठीक है। एक मंथ में सब कुछ क्लियर हो जाएगा, उदों तक do not switch। एक मंथ बाद जो सब कुछ क्लियर हो गया, ਤੁਹਾਨੂੰ IRCC ਨੇ ਤੁਹਾਨੂੰ ਇਹ ਮੇਲ ਵੀ ਪਾ ਦਿੱਤੀ ਕਿ 5.5 ਤੇ ਤੁਹਾਨੂੰ ਵੀਜ਼ਾ ਮਿਲਣਗੇ, ਉਦੋਂ ਜੋ ਮਰਜ਼ੀ ਚਾਹੇ ਸਵਿਚਿੰਗ ਕਰੋ, ਚਾਹੇ ਪੁਰਾਣੇ ਆਪਣੇ TRF ਤੇ ਆਪਣਾ ਫਾਈਲ ਲਾਂਚ ਕਰੋ, ਉਹ ਸਭ ਕੁਝ ਹੋ ਜਾਏਗਾ। ਬਟ ਐਟ ਦਿਸ ਸਟੇਜ ਥੋੜਾ ਜਿਹਾ ਆਪਣੇ ਜੋ ਕਹ ਲੋ ਕਿ ਇੱਕ ਕਹਿੰਦੇ ਹੁੰਦੇ ਕਿ ਹਨੇਰੀ ਉੱਠੀ ਹੋਈ ਹੈ, ਇਹਨੂੰ ਥੋੜੀ ਜਿਹੀ ਬਹਿ ਲੈਣ ਦਿਓ, ਹੌਲੀ ਹੌਲੀ ਤੁਹਾਨੂੰ ਸਭ ਕੁਝ ਦਿਖਣਾ ਸ਼ੁਰੂ ਹੋਏਗਾ। ਮਾਈ ਸੁਜੈਸ਼ਨ ਇਸ ਕਿ ਜੋ ਚੱਲਦਾ ਪਿਆ ਉਹਨੂੰ ਹਲੇ ਚਲਾਈ ਚਲੋ ਫॉर ਅ ਮੰਥ, ਐਂਡ ਉਸ ਤੋਂ ਬਾਅਦ आई एम सेइंग कि जो ਤੁਹਾਨੂੰ ਠੀਕ ਲੱਗਦਾ ਹੈ, ਚਾਹੇ ਅਗਰ ਲੈਟਸ ਸੇ ਯੂ ਆਰ ਕੰਪੈਟੀਬਲ ਵਿਦ ਕੰਪਿਊਟਰ, ਤੁਹਾਨੂੰ ਕੰਪਿਊਟਰ ਤੇ ਸੌਖਾ ਰਹਿੰਦਾ ਹੈ ਟਾਈਪਿੰਗ ਕਰਨਾ ਐਂਡ ਬੋਲਣਾ, ਤੁਸੀਂ ਪੀਟੀ ਕਰ ਲਓ। ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਆਇਲਸ ਵਿੱਚ ਤੁਸੀਂ ਜ਼ਿਆਦਾ ਪ੍ਰੈਪਰੇਸ਼ਨ ਕਰ ਰਹੇ ਹੋ, 3-4 ਮਹੀਨੇ ਹੋ ਗਏ ਤੁਹਾਨੂੰ ਆਇਲਸ ਹੀ ਕਰਦੇ ਪਏ ਹੋ, ਐਂਡ ਤੁਹਾਡਾ ਇੱਕ ਪ੍ਰੋਪਰ ਸੈੱਟ ਹੋ ਚੁੱਕਾ ਹੈ ਹੱਥ, ਤੁਹਾਡੇ ਪ੍ਰੋਪਰ ਮਾਈਂਡਸੈਟ ਬਣ ਚੁੱਕਾ ਹੈ, ਤੇ ਬੇਟਾ ਆਇਲਸ ਹੀ ਕਰੋ। ਬਿਕੋਜ਼ ਜਿਨ੍ਹਾਂ ਨੇ ਹਲੇ ਹੁਣੀ ਸ਼ੁਰੂ ਕੀਤੀ ਹੈ ਉਹਨਾਂ ਦੀ ਸਵਿਚਿੰਗ ਥੋੜੀ ਜਿਹੀ ਈਜ਼ੀ ਪੀਟੀ ਵੱਲ ਹੋ ਜਾਏਗੀ, ਬਟ ਜਿਹੜੇ ਬੱਚੇ 4-5 ਮਹੀਨੇ ਜਾਂ ਕਹ ਲਓ ਕਿ 6 ਮਹੀਨੇ ਹੋ ਗਏ ਆਇਲਸ ਕਰਦੇ ਨੂੰ, ਬੇਟਾ ਤੁਸੀਂ ਸਵਿਚ ਨਾ ਕਰਿਓ, ਤੁਹਾਨੂੰ ਉਧਰ ਵੀ ਇੰਨਾ ਹੀ ਟਾਈਮ ਲੱਗੇਗਾ। ਸੋ ਡੂ ਨਾਟ ਵੇਸਟ ਯੂਰ ਮਨੀ, ਡੂ ਨਾਟ ਵੇਸਟ ਯੂਰ ਟਾਈਮ। ਐਂਡ ਅਗਲੀ ਗੱਲ, ਅਗਰ ਕੈਨੇਡਾ ਸਟੱਡੀ ਵੀਜ਼ਾ ਫਾਈਲ ਲਾਂਚ ਕਰਨੀ ਹੈ, ਜਸਟ ਹਮੇਸ਼ਾ ਧਿਆਨ ਰੱਖਿਓ ਜੋ ਪ੍ਰੋਪਰ ਆਫੀਸ਼ੀਅਲ ਅਨਾਉਂਸਮੈਂਟਸ ਹੋਈਆਂ ਨੇ ਉਸ ਅਕੋਰਡਿੰਗ ਹੀ ਆਪਣੀ ਫਾਈਲ ਲਾਂਚ ਕਰਿਓ। ਡੂ ਨਾਟ ਜਸਟ ਕੰਸੀਡਰ ਕਿ ਅਗਰ ਇਦਾਂ ਹੋਇਆ ਤੇ ਇਹਦਾ ਮਤਲਬ 5.5 ਤੇ ਫਾਈਲ ਲੱਗ ਜਾਏਗੀ। जब तक रिटन रिकॉर्ड नहीं आएगा उदों तक ये काम ना करियो। अगर रिटन रिकॉर्ड आ गया, आई विल बी द फर्स्ट पर्सन टू शेयर दैट थिंग। सो इस चीज का ध्यान रखते हुए प्लीज अपनी जो करते पे जस्ट कीप ऑन डूइंग इट, बिलीव इन हार्ड वर्क, इंप्रूव योर इंग्लिश। टेस्ट चाहे पीटी होवे, चाहे टॉफल होवे, चाहे आइल्स होवे, काम तो इंग्लिश ने आना है। सो अपने उन्होंने चीज़ों को इंप्रूव करते हुए थैंक यू सो मच एंड बेटा ब्लेस यू।